ਗੁਰਮੁਖ ਪਿਆਰੇ ਭਾਈ ਸਾਹਿਬ ਜੀ ਪਾਸੋਂ ਵਿਚਾਰਾਂ ਸਰਵਣ ਕੀਤੀਆਂ ਹਨ। ਆਓ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਨਾ ਕਰੀਏ। ਦਾਸਰੇ ਨੂੰ ਆਪ ਸਾਰੇ ਹੀ ਕਿਰਪਾ ਕਰਕੇ ਅਸੀਸਾਂ ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ, ਆਗਮਨ ਪੁਰਬ। ਭਾਈ ਸਾਹਿਬ ਜੀ ਨੇ ਵਿਚਾਰਾਂ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਕੀਤੀ ਹੈ। ਭਗਤ ਨਾਮਦੇਵ ਜੀ ਦੇ ਸੰਬੰਧ ਵਿੱਚ ਕੁਝ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਅਤੇ ਉਹਨਾਂ ਦੇ ਉਪਦੇਸ਼ ਨਾਲ ਜੁੜਾਂਗੇ। ਭਗਤ ਨਾਮਦੇਵ ਜੀ ਜੋ ਕਿ ਪਰਮਾਤਮਾ ਦੇ ਬਹੁਤ ਹੀ ਪਿਆਰੇ ਅਨੰਨ ਸੇਵਕ ਭਗਤ ਹੋਏ ਹਨ, ਔਰ ਉਹਨਾਂ ਨੇ ਜਿਹੜਾ ਮਾਰਗ ਸਾਨੂੰ ਦ੍ਰਿੜ ਕਰਾਇਆ ਹੈ, ਜਿੱਥੇ ਉਹ ਰਾਤਾਂ ਜਾਗ ਕੇ ਪਰਮਾਤਮਾ ਦੀ ਆਰਾਧਨਾ ਕਰਦੇ ਹਨ, ਉੱਥੇ ਨਾਲ ਨਾਲ ਉਹਨਾਂ ਨੇ ਆਪਣੀ ਕਿਰਤ ਨਹੀਂ ਛੱਡੀ। ਜੋ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਦਰਜ ਹੈ, ਇਤਿਹਾਸ ਦਾ ਇਹ ਪੰਨਾ ਵੀ ਹੈ। ਜਦੋਂ ਭਗਤ ਤ੍ਰਿਲੋਚਨ ਜੀ ਨੇ ਭਗਤ ਨਾਮਦੇਵ ਜੀ ਦੀ ਵਡਿਆਈ ਸ਼ੋਭਾ ਸੁਣੀ, ਤੇ ਸ਼ੋਭਾ ਸੁਣ ਕੇ ਉਹਨਾਂ ਦੇ ਮਨ ਅੰਦਰ ਇੱਕ ਚਾਅ ਪੈਦਾ ਹੋਇਆ ਕਿ ਮੈਂ ਭਗਤ ਨਾਮਦੇਵ ਜੀ ਦੇ ਦਰਸ਼ਨ ਕਰਨੇ ਹਨ, ਉਹਨਾਂ ਦੀ ਸੰਗਤ ਕਰਨੀ ਹੈ। ਚਾਅ ਦੇ ਨਾਲ ਬਹੁਤ ਹੀ ਚਾਈਂ ਭਗਤ ਨਾਮਦੇਵ ਜੀ ਦੇ ਦਰਸ਼ਨ ਕਰਨ ਲਈ ਆਏ। ਪਰ ਅੱਗੇ ਆ ਕੇ ਜਦੋਂ ਕਿਸੇ ਕੋਲੋਂ ਪੁੱਛਿਆ ਕਿ ਭਗਤ ਨਾਮਦੇਵ ਜੀ ਕਿੱਥੇ ਹਨ, ਤੇ ਜਿਹਨੂੰ ਪੁੱਛਿਆ ਸੀ ਉਹਨੇ ਇਸ਼ਾਰਾ ਕਰਕੇ ਕਿਹਾ, ਕਹਿਣ ਲੱਗੇ ਉਹ ਭਗਤ ਨਾਮਦੇਵ ਜੀ। ਤੇ ਜਿੱਧਰ ਇਹ ਇਸ਼ਾਰਾ ਹੋਇਆ ਸੀ, ਉਹ ਭਗਤ ਨਾਮਦੇਵ ਜੀ ਕੱਪੜਿਆਂ ਨੂੰ ਪ੍ਰਿੰਟ ਕਰ ਰਹੇ ਸਨ, ਰੰਗ ਰਹੇ ਸਨ। ਲਲਾਰੀ ਆਦਿਕ ਦਾ ਕੱਪੜਿਆਂ ਨੂੰ ਰੰਗਣ ਤੇ ਪ੍ਰਿੰਟ ਕਰਨ ਦਾ, ਡਿਜ਼ਾਈਨ ਬਣਾਉਣ ਦਾ ਕੰਮ ਕਰ ਰਹੇ ਸਨ। ਭਗਤ ਤ੍ਰਿਲੋਚਨ ਜੀ ਦੇ ਮਨ ਵਿੱਚ ਇਹ ਕੁਦਰਤੀ ਸੁਭਾਵਕ ਸੀ, ਜਿਹਦੀ ਇੰਨੀ ਸ਼ੋਭਾ ਸੁਣੀ ਹੈ ਕਿ ਪਰਮਾਤਮਾ ਦਾ ਬਹੁਤ ਵੱਡਾ ਭਗਤ ਹੈ। ਤੇ ਉਹਨਾਂ ਦੇ ਮਨ ਦੇ ਖਿਆਲ ਹੀ ਐਸੇ ਬਣੇ ਹੋਏ ਸਨ ਕਿ ਭਗਤ ਨਾਮਦੇਵ ਜੀ ਪਰਮਾਤਮਾ ਦਾ ਨਾਮ ਜਪਦੇ ਹੋਣਗੇ, ਕਿਤੇ ਸਮਾਧੀ ਲਾ ਕੇ ਬੈਠੇ ਹੋਣਗੇ। ਪਰ ਜੋ ਉਹ ਸੋਚ ਕੇ ਆਏ ਸਨ, ਉਹਦੇ ਤੋਂ ਗੱਲ ਉਲਟੀ ਨਿਕਲੀ। ਭਗਤ ਨਾਮਦੇਵ ਜੀ ਕਾਰ ਵਿਹਾਰ ਕਰ ਰਹੇ ਹਨ। ਇਹ ਦੇਖ ਕੇ ਭਗਤ ਤ੍ਰਿਲੋਚਨ ਜੀ ਦੇ ਮਨ ਵਿੱਚ ਸ਼ੰਕਾ ਪੈਦਾ ਹੋਇਆ ਕਿ ਇਹ ਕਾਹਦਾ ਭਗਤ, ਦੁਨੀਆ ਇਹਦੀ ਇੰਨੀ ਵਡਿਆਈ ਕਿਉਂ ਕਰ ਰਹੀ ਹੈ। ਫਿਰ ਵੀ ਚੱਲ ਕੇ ਆਏ ਸਨ ਦਰਸ਼ਨ ਕਰਨ, ਸੰਗਤ ਕਰਨ, ਤੇ ਉਹਨਾਂ ਨੇ ਸੰਗਤ ਕੀਤੀ। ਤੇ ਭਗਤ ਨਾਮਦੇਵ ਜੀ ਆਰਾਧਨਾ ਕਰ ਕਰਕੇ ਪਰਮਾਤਮਾ ਵਰਗੇ ਹੀ ਹੋ ਚੁੱਕੇ ਸਨ। ਔਰ ਜਿਹੜਾ ਪਰਮਾਤਮਾ ਵਰਗਾ ਹੋ ਜਾਂਦਾ ਹੈ ਨਾ, ਉਹ ਦੂਜਿਆਂ ਦੇ ਮਨ ਦੀ ਵੀ ਬੁੱਝ ਲੈਂਦਾ ਹੈ। ਭਗਤ ਤ੍ਰਿਲੋਚਨ ਜੀ ਦੇ ਮਨ ਦੇ ਅੰਦਰ ਦੀਆਂ ਜਾਣ ਗਏ ਕਿ ਇਹ ਆਇਆ ਤਾਂ ਦਰਸ਼ਨ ਕਰਨ, ਸੰਗਤ ਕਰਨ, ਪਰ ਮਨ ਅੰਦਰ ਸ਼ੰਕਾ ਪੈਦਾ ਕਰ ਬੈਠਾ ਹੈ ਮੇਰੇ ਇਸ ਕਾਰ ਵਿਹਾਰ ਨੂੰ ਦੇਖ ਕੇ। ਫਿਰ ਭਗਤ ਨਾਮਦੇਵ ਜੀ ਨੇ ਭਗਤ ਤ੍ਰਿਲੋਚਨ ਜੀ ਨੂੰ ਸੰਬੋਧਨ ਕਰਕੇ ਕੁਝ ਉਦਾਹਰਨਾਂ ਦੇ ਕੇ ਸਮਝਾਣਾ ਕੀਤਾ। ਔਰ ਜਿਹੜੀਆਂ ਉਦਾਹਰਨਾਂ ਭਗਤ ਨਾਮਦੇਵ ਜੀ ਨੇ ਭਗਤ ਤ੍ਰਿਲੋਚਨ ਜੀ ਨੂੰ ਦੇ ਕੇ ਸਮਝਾਈਆਂ, ਉਹ ਰਾਮਕਲੀ ਰਾਗ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਦਰਜ ਹੈ। ਭਗਤ ਜੀ ਨੇ ਉਸ ਪਾਵਨ ਸ਼ਬਦ ਦੇ ਜੋ ਮੁੱਖ ਭਾਵ ਰਹਾਓ ਦੇ ਬੰਦ ਅੰਦਰ ਇਹ ਬਚਨ ਕਹੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਇਹ ਸ਼ਬਦ ਦਾ ਮੁੱਖ ਭਾਵ ਸੀ, ਜਿਹੜਾ ਕਹਿਤ ਨਾਮ ਦਿਓ ਸੁਨੋ ਤਿਲੋਚਨ। ਅਖੀਰਲੀਆਂ ਪੰਕਤੀਆਂ ਦੇ ਵਿੱਚ ਇਹ ਸਪਸ਼ਟ ਹੋ ਜਾਂਦਾ ਹੈ ਕਿ ਕਹਿਣ ਵਾਲੇ ਭਗਤ ਨਾਮਦੇਵ ਜੀ ਹਨ, ਤੇ ਕਹਿ ਰਹੇ ਹਨ ਭਗਤ ਤ੍ਰਿਲੋਚਨ ਜੀ ਨੂੰ ਕਿ ਸੁਣ ਤ੍ਰਿਲੋਚਨਾ, ਭਗਤੀ ਪਰਮਾਤਮਾ ਦੀ ਆਰਾਧਨਾ ਇਸ ਤਰ੍ਹਾਂ ਹੁੰਦੀ ਹੈ, ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਦੇ ਵਿੱਚ
ਜੋੜ ਲੈ। ਕਿਸ ਤਰ੍ਹਾਂ ਜੋੜ ਲੈ? ਆਪਣਾ ਧਿਆਨ ਜੋੜ ਲੈ। ਜਿਵੇਂ ਸੁਨਿਆਰਾ ਸੋਨੇ ਦੀ ਡਲੀ ਲੈ ਕੇ ਸੋਨੇ ਦੇ ਗਹਿਣੇ ਘੜਦਾ ਹੈ। ਸੋਨੇ ਦੀ ਡਲੀ ਤੋਂ ਗਹਿਣੇ ਘੜਨ ਲੱਗਿਆਂ ਥੱਲੇ ਸਭ ਤੋਂ ਪਹਿਲਾਂ ਚਾਦਰ ਵਿਛਾਉਂਦਾ ਹੈ, ਕਿਉਂਕਿ ਸੋਨੇ ਦੇ ਛੋਟੇ ਛੋਟੇ ਟੁਕੜੇ ਕਰਨੇ ਹਨ ਤੇ ਉਹਨਾਂ ਟੁਕੜਿਆਂ ਨੇ ਕਿਤੇ ਡਿੱਗ ਕੇ ਨੁਕਸਾਨ ਹੀ ਨਾ ਹੋ ਜਾਏ, ਬਹੁਤ ਕੀਮਤੀ ਟੁਕੜੇ ਹਨ। ਪਹਿਲਾਂ ਉਹਨੇ ਚਾਦਰ ਵਿਛਾਈ, ਫਿਰ ਜਦੋਂ ਸੋਨੇ ਦੇ ਗਹਿਣੇ ਘੜੇ ਤੇ ਘੜਦੇ ਘੜਦੇ ਜੇ ਕੋਈ ਉਹਦਾ ਭਰਾ ਜਾਂ ਸੱਜਣ ਮਿੱਤਰ ਕੋਈ ਗੁਆਂਢੀ ਆ ਗਿਆ ਗੱਲ ਕਰਨ, ਗੱਲ ਕਰ ਰਿਹਾ ਹੈ ਸੁਨਿਆਰਾ, ਪਰ ਆਪਣਾ ਧਿਆਨ ਉਹਨੇ ਸੋਨੇ ਦੇ ਵਿੱਚ ਰੱਖਿਆ, ਕਿਤੇ ਸੋਨੇ ਦਾ ਕੋਈ ਕਿਣਕਾ ਡਿੱਗ ਨਾ ਪਵੇ, ਕਿਤੇ ਮੇਰਾ ਨੁਕਸਾਨ ਨਾ ਹੋ ਜਾਏ। ਭਗਤ ਨਾਮਦੇਵ ਜੀ ਨੇ ਇਹ ਉਦਾਹਰਨ ਦਿੱਤੀ, ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿੱਤ ਮਾਂਡੀ ਅਲੇ। ਜਿਵੇਂ ਸੁਨਿਆਰਾ ਆਪਣਾ ਧਿਆਨ ਸੋਨੇ ਦੇ ਵਿੱਚ ਲਾ ਕੇ ਰੱਖਦਾ ਹੈ, ਕੰਮ ਕਰੀ ਜਾ ਰਿਹਾ ਹੈ। ਜੇ ਕੋਈ ਆਂਢੀ ਗੁਆਂਢੀ ਜਾਂ ਸੱਜਣ ਮਿੱਤਰ ਭਰਾ ਆਇਆ, ਉਹਦੇ ਨਾਲ ਗੱਲ ਕਰ ਰਿਹਾ ਹੈ ਤੇ ਗੱਲ ਦਾ ਜਵਾਬ ਵੀ ਦੇ ਰਿਹਾ ਹੈ, ਪਰ ਆਪਣਾ ਧਿਆਨ ਸੋਨੇ ਵੱਲੋਂ ਹਟਾਉਂਦਾ ਨਹੀਂ। ਕਹਿਣ ਲੱਗੇ ਭਗਤੀ ਇਸ ਤਰ੍ਹਾਂ ਕਰ ਤ੍ਰਿਲੋਚਨਾ, ਪਰਮਾਤਮਾ ਦੀ ਆਰਾਧਨਾ ਕਰਨੀ ਹੈ। ਦੁਨੀਆ ਦੇ ਕਾਰ ਵਿਹਾਰ ਕਰਦਿਆਂ ਵੀ ਤੇਰੀ ਸੁਰਤ ਡਿੱਗੇ ਨਾ, ਡੋਲੇ ਨਾ, ਤੇਰਾ ਧਿਆਨ ਕਿਤੇ ਲਾਂਭੇ ਨਾ ਜਾਵੇ। ਦੁਨੀਆ ਦੇ ਕਾਰ ਵਿਹਾਰ ਕਰਦਿਆਂ ਵੀ ਆਪਣਾ ਧਿਆਨ ਜੋੜਨਾ। ਇੱਥੇ ਮੈਂ ਇਹ ਜ਼ਰੂਰ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਾਂਗਾ ਕਿ ਸੱਚਾਈ ਇਹ ਹੈ ਕਿ ਦੁਨੀਆ ਦੇ ਕਾਰ ਵਿਹਾਰ ਕਰਦਿਆਂ ਧਿਆਨ ਜੋੜਨਾ ਤਾਂ ਦੂਰ, ਅਸੀਂ ਤਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਧਾਰਮਿਕ ਇਤਿਹਾਸਕ ਅਸਥਾਨ ਤੇ ਬੈਠ ਕੇ ਵੀ ਕਈ ਵਾਰੀ ਲਾਂਭੇ ਚਲੇ ਜਾਂਦੇ ਹਾਂ। ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਧਿਆਨ ਵਿਝਦਾ ਨਹੀਂ। ਜਿਸ ਢੰਗ ਨਾਲ ਸਤਿਗੁਰੂ ਮਹਾਰਾਜ ਜੀ ਭਗਤ ਸਾਹਿਬਾਨ ਸਾਨੂੰ ਪਰਮਾਤਮਾ ਨਾਲ ਜੋੜਨਾ ਚਾਹੁੰਦੇ ਹਨ, ਅਸੀਂ ਤਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਵੀ ਨਹੀਂ ਜੁੜ ਪਾਉਂਦੇ। ਤੇ ਸਤਿਗੁਰੂ ਮਹਾਰਾਜ ਚਾਹੁੰਦੇ ਹਨ ਕਿ ਕਾਰ ਵਿਹਾਰ ਕਰਦਿਆਂ ਵੀ ਤੇਰਾ ਮਨ ਵਿਝਿਆ ਹੋਵੇ। ਔਰ ਉਦਾਹਰਨਾਂ ਦਿੱਤੀਆਂ ਇਸੇ ਪਾਵਨ ਸ਼ਬਦ ਵਿੱਚ, ਆਨੀ ਲੈ ਕਾਗਦ, ਆਰੰਭਤਾ ਇੱਥੋਂ ਹੈ ਸ਼ਬਦ ਦੀ। ਆਨੀ ਲੈ ਕਾਗਦ ਕਾਟੀ ਲੈ ਗੂਡੀ, ਆਕਾਸ਼ ਮਦੇ ਭਰਮੀ ਅਲੇ, ਪੰਚ ਜਨਾ ਸਿਉ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਜਿਵੇਂ ਬੱਚਾ ਪਤੰਗ ਉਡਾਉਂਦਿਆਂ ਧਿਆਨ ਆਪਣਾ ਪਤੰਗ ਵਿੱਚ, ਡੋਰ ਵਿੱਚ ਰੱਖਦਾ ਹੈ, ਆਪਣੇ ਸੱਜਣਾ ਮਿੱਤਰਾਂ ਯਾਰਾਂ ਦੋਸਤਾਂ ਨਾਲ ਗੱਲਾਂ ਵੀ ਕਰੀ ਜਾ ਰਿਹਾ ਹੈ। ਐਸੀਆਂ ਉਦਾਹਰਨਾਂ ਦੇ ਕੇ ਭਗਤ ਨਾਮਦੇਵ ਜੀ ਨੇ ਭਗਤ ਤ੍ਰਿਲੋਚਨ ਜੀ ਨੂੰ ਸਮਝਾਇਆ। ਕਹਿੰਦੇ ਹਨ ਇਸ ਢੰਗ ਦੇ ਨਾਲ ਦੁਨੀਆ ਦੇ ਕਾਰ ਵਿਹਾਰ ਕਰਦਿਆਂ, ਜਿਵੇਂ ਬੱਚਾ ਪਤੰਗ ਉਡਾਉਂਦਿਆਂ ਆਪਣੇ ਹਾਣੀਆਂ ਨਾਲ ਹੱਸੀ ਖੇਡੀ ਜਾ ਰਿਹਾ ਹੈ। ਕੋਈ ਬੀਬੀਆਂ ਪਾਣੀ ਭਰਨ ਜਾਂਦੀਆਂ ਹਨ, ਆਨੀ ਲੈ ਕੁੰਭ ਭਰਾਈ ਲੈ ਉਦਕ, ਰਾਜ ਕੁਆਰ ਪੁਰੰਦਰੀਏ, ਹਸਤ ਬਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਧਿਆਨ ਉਹਨਾਂ ਦਾ ਘੜਿਆਂ ਵਿੱਚ, ਘੜੇ ਦੇ ਉੱਪਰ ਘੜਾ, ਘੜੇ ਦੇ ਉੱਪਰ ਘੜਾ, ਪਾਣੀ ਭਰਿਆ ਪਿਆ ਹੈ, ਇੱਕ ਦੂਜੇ ਨਾਲ ਗੱਲਾਂ ਕਰਦਿਆਂ ਹੱਸਦਿਆਂ ਧਿਆਨ ਪਰਮਾਤਮਾ ਨਾਲ ਜੋੜਨਾ ਹੈ। ਇਸ ਤਰ੍ਹਾਂ ਜੋੜਨਾ ਹੈ। ਦੁਨਿਆਵੀ ਉਦਾਹਰਨਾਂ ਦੇ ਕੇ ਕਹਿਤ ਨਾਮ ਦਿਓ ਸੁਨੋ ਤਿਲੋਚਨ, ਬਾਲਕ ਪਾਲਨ ਪੌੜੀ ਅਲੇ, ਪੰਚ ਜਨਾ ਸਿਉ। ਇੱਥੇ ਬਚਨ ਹਨ, ਅੰਤਰ ਬਾਹਰ ਕਾਮ ਵਿਰੋਧੀ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਕ ਰਾਖੀ ਅਲੇ। ਅੰਦਰ ਬਾਹਰ ਜਾ ਰਹੀ ਹੈ, ਕਦੀ ਰਸੋਈ ਵਿੱਚ ਜਾ ਰਹੀ ਹੈ, ਛੋਟਾ ਜਿਹਾ ਬੱਚਾ, ਨਵ ਜੰਮਿਆ ਬੱਚਾ ਪੰਗੂੜੇ ਵਿੱਚ ਪਾਇਆ ਹੈ ਤੇ ਉਹਦੀ ਮਾਂ ਕੰਮ ਕਰ ਰਹੀ ਹੈ। ਕੰਮਕਾਰ ਕਰਦਿਆਂ ਵੀ ਧਿਆਨ ਆਪਣੇ ਬੱਚੇ ਵੱਲ ਹੈ, ਮਾਂ ਦਾ। ਇਸੇ ਤਰ੍ਹਾਂ ਕਹਿਣ ਲੱਗੇ, ਤੂੰ ਵੀ ਭਗਤ ਤ੍ਰਿਲੋਚਨ ਦੁਨੀਆ ਦੇ ਕਾਰ ਵਿਹਾਰ ਕਰਦਿਆਂ ਵੀ ਪਰਮਾਤਮਾ ਵੱਲ ਧਿਆਨ ਰੱਖ, ਆਪਣੀ ਸੁਰਤ ਨੂੰ ਜੋੜ ਪਰਮਾਤਮਾ ਦੇ ਨਾਲ। ਬਸ ਐਸੀ ਹੀ ਗੱਲ ਜਿਵੇਂ ਭਾਈ ਸਾਹਿਬ ਜੀ ਨੇ ਥੋੜੀ ਜੀ ਗੱਲ ਆਰੰਭ ਕੀਤੀ ਸੀ, ਕਹੇ ਤਾਂ ਧਰਨ ਇਕੋਡੀ ਕਰੋ। ਇਹ ਪਰਮਾਤਮਾ ਜਦੋਂ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਆਪਣੇ ਭਗਤਾਂ ਦੇ, ਆਪਣੇ ਸੇਵਕਾਂ ਦੇ ਸਾਰੇ ਕਾਰਜ ਆਪ ਰਾਸ ਕਰਦਾ ਹੈ। ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਪਰਮਾਤਮਾ ਆਪਣੇ ਸੇਵਕਾਂ ਨਾਲ, ਭਗਤਾਂ ਨਾਲ ਬਹੁਤ ਪਿਆਰ ਕਰਦਾ ਹੈ। ਉਹਨਾਂ ਦੇ ਹਰੇਕ ਕਾਰਜ ਵਿੱਚ ਆਪ ਹਾਜ਼ਰ ਹੁੰਦਾ ਹੈ।
ਔਰ ਜਦੋਂ ਵਿਪਤਾ ਬਣ ਗਈ ਭਗਤ ਨਾਮਦੇਵ ਜੀ ਤੇ, ਤਾਂ ਪ੍ਰਮਾਤਮਾ ਨੇ ਦਰਸ਼ਨ ਦੇ ਕੇ ਇਹ ਬਚਨ ਭਗਤ ਨਾਮਦੇਵ ਜੀ ਨੂੰ ਕਹੇ। ਕਹਿਣ ਲੱਗੇ, ਗਾਂ ਜੀਵਾਣੀ ਤਾਂ ਬਹੁਤ ਛੋਟੀ ਜੀ ਗੱਲ ਹੈ। ਨਾਮੇ ਤੂੰ ਮੇਰਾ ਸੇਵਕ ਹੈ, ਜੇ ਤੂੰ ਕਹੇ ਤਾਂ ਸਾਰੀ ਧਰਤੀ ਨੂੰ ਚਿੱਬੜ ਜੀ ਬਣਾ ਦਿਆਂ, ਕਿਤੇ ਆਕਾਸ਼ ਵਿੱਚ ਟੰਗ ਦਿਆਂ। ਕਹੇ ਤਾਂ ਇਹ ਪ੍ਰਮਾਤਮਾ ਕਹਿ ਰਿਹਾ ਹੈ। ਆਪਣੇ ਭਗਤ ਦੀ ਵਿਪਤਾ ਸਮੇਂ ਆ ਕੇ ਕਹੇ ਤਾਂ ਧਰਨ ਇਕੋਡੀ ਕਰੋ, ਕਹੇ ਤਾਂ ਲੇਕਰ ਉੱਪਰ ਧਰੋ, ਕਹੇ ਤਾਂ ਮੂਈ ਗਊ ਦਿਓ ਜਿਆਏ, ਸਭ ਕੋਈ ਦੇਖੈ ਪਤੀ ਆਏ। ਆਪਣੇ ਸੇਵਕਾਂ ਦੀ ਲੱਜਿਆ ਪ੍ਰਮਾਤਮਾ ਰੱਖਦਾ ਹੈ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਸਾਨੂੰ ਇੱਕੋ ਇੱਕ ਪ੍ਰਮਾਤਮਾ ਨਾਲ, ਕਿਉਂਕਿ ਉਸ ਵੇਲੇ ਦੁਨੀਆ ਦੇ ਲੋਕ ਜਿਹੜੇ ਸਨ ਉਹ ਦਰਖਤਾਂ ਦੀ ਪੂਜਾ ਕਰ ਰਹੇ ਸਨ, ਪੰਛੀਆਂ ਪਸ਼ੂਆਂ ਦੀ ਪੂਜਾ, ਨਾਗਾਂ ਸੱਪਾਂ ਦੀ ਪੂਜਾ, ਭਾਵ ਕਿ ਕਾਇਨਾਤ ਦੀ ਕੁਦਰਤ ਦੀ ਪੂਜਾ ਵਿੱਚ ਅਗਿਆਨਤਾ ਦੇ ਹਨੇਰੇ ਦੇ ਵਿੱਚ ਭਟਕ ਰਹੀ ਲੁਕਾਈ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕੋ ਇੱਕ ਪਰਮਾਤਮਾ ਨਾਲ, ਇੱਕੋ ਇੱਕ ਅਕਾਲ ਪੁਰਖ ਨਾਲ ਜੋੜਿਆ। ਔਰ ਸਤਿਗੁਰੂ ਮਹਾਰਾਜ ਜੀ ਜਿੱਥੇ ਜਿੱਥੇ ਵੀ ਗਏ, ਗੁਰੂ ਨਾਨਕ ਦੇਵ ਮਹਾਰਾਜ ਜੀ ਕਿੰਨਾ ਉਹਨਾਂ ਨੇ ਭ੍ਰਮਣ ਕੀਤਾ ਧਰਤੀ ਦਾ। ਇੰਨਾ ਭ੍ਰਮਣ ਕਰਦਿਆਂ ਕਰਦਿਆਂ ਜਿੱਥੇ ਜਿੱਥੇ ਵੀ ਗਏ, ਕੁਦਰਤੀ ਬਾਤ ਸੀ ਜਦੋਂ ਸੂਰਜ ਨਿਕਲਦਾ ਹੈ ਉਦੋਂ ਹਨੇਰਾ ਗਾਇਬ ਹੋ ਜਾਂਦਾ ਹੈ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਲਈ ਵੀ ਐਸੇ ਹੀ ਬਚਨ ਕਹੇ। ਤੇ ਇਹ ਹਨੇਰਾ ਵੀ ਜਿਹੜਾ ਹੈ, ਵਿਦਵਾਨ ਕਹਿੰਦੇ ਹਨ ਦੋ ਤਰ੍ਹਾਂ ਦਾ ਹੈ, ਇੱਕ ਕਾਲਾ ਹਨੇਰਾ ਤੇ ਦੂਸਰਾ ਚਿੱਟਾ ਹਨੇਰਾ। ਚਿੱਟੇ ਹਨੇਰੇ ਦੇ ਬਾਰੇ ਵਿੱਚ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਹੈ, ਕਾਲਾ ਹਨੇਰਾ ਤੇ ਸੁਭਾਵਕ ਹੀ ਸੂਰਜ ਦੇ ਉਦੈ ਹੋਣ ਨਾਲ, ਸੂਰਜ ਦੇ ਆਗਮਨ ਦੇ ਨਾਲ ਕਾਲਾ ਹਨੇਰਾ ਆਪਣੇ ਆਪ ਚਲਾ ਜਾਂਦਾ ਹੈ। ਪਰ ਚਿੱਟਾ ਹਨੇਰਾ ਜਿਹੜਾ ਹੈ ਉਹ ਬਹੁਤ ਖਤਰਨਾਕ ਹੈ, ਜਿਹਨੂੰ ਭਾਈ ਸਾਹਿਬ ਜੀ ਨੇ ਕਿਹਾ ਹੈ ਧੁੰਦ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਆ। ਕਾਲਾ ਹਨੇਰਾ ਤਾਂ ਚਲਾ ਹੀ ਜਾਣਾ ਸੀ, ਪਰ ਚਿੱਟਾ ਹਨੇਰਾ, ਇਹ ਧੁੰਦ ਜਿਹੜੀ ਹੈ, ਕਈ ਵਾਰੀ ਸੂਰਜ ਸਾਹਮਣੇ ਹੁੰਦਾ ਹੈ ਪਰ ਧੁੰਦ ਸੂਰਜ ਦੀ ਵੀ ਨਹੀਂ ਚੱਲਣ ਦਿੰਦੀ। ਇਹ ਚਿੱਟਾ ਹਨੇਰਾ ਇੰਨਾ ਖਤਰਨਾਕ ਹੈ। ਇਉਂ ਕਹਿ ਲਈਏ ਕਿ ਚਿੱਟਾ ਹਨੇਰਾ ਜਿਹੜਾ ਧਾਰਮਿਕ ਜਗਤ ਦੇ ਵਿੱਚ ਧਾਰਮਿਕ ਆਗੂ ਹੋ ਕੇ ਜਿਹੜੇ ਭਟਕੇ ਹੋਏ ਹਨ, ਇਹ ਚਿੱਟਾ ਹਨੇਰਾ ਹੀ ਹੈ। ਧਾਰਮਿਕ ਆਗੂ ਅਖਵਾ ਕੇ ਰਿਸ਼ਵਤ ਲੈ ਕੇ ਫੈਸਲੇ ਕਰ ਰਿਹਾ ਹੈ, ਧਾਰਮਿਕ ਆਗੂ ਹੋ ਕੇ ਪ੍ਰਮਾਤਮਾ ਨਾਲ ਜੁੜਿਆ ਹੀ ਨਹੀਂ ਤੇ ਲੁਕਾਈ ਨੂੰ ਪੁੱਠੇ ਰਸਤੇ ਪਾ ਰਿਹਾ ਹੈ। ਇਹਨੂੰ ਹੀ ਮਹਾਰਾਜ ਜੀ ਨੇ ਕਿਹਾ ਹੈ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੈ ਜੀਆਂ ਕਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਹੈ ਚਿੱਟਾ ਹਨੇਰਾ। ਤਿੰਨ ਇਹ ਧਾਰਮਿਕ ਆਗੂ ਹਨ ਉਸ ਵੇਲੇ ਭਾਰਤ ਵਿੱਚ, ਤੇ ਤਿੰਨਾਂ ਦੀ ਹਾਲਤ ਇਹ ਹੈ, ਤਿੰਨੇ ਹੀ ਉਜਾੜੇ ਦਾ ਬੰਦ ਹਨ। ਇਹ ਚਿੱਟਾ ਹਨੇਰਾ ਜਿਹੜਾ ਹੈ ਨਾ, ਦੁਨੀਆ ਨੂੰ ਭਟਕਾ ਰਿਹਾ ਹੈ, ਭਰਮਾ ਰਿਹਾ ਹੈ। ਲੋਕ ਸਮਝਦੇ ਹਨ ਅਸੀਂ ਧਾਰਮਿਕ ਕੰਮ ਕਰ ਰਹੇ ਹਨ, ਧਾਰਮਿਕ ਆਗੂ ਕੋਲ ਗਏ ਹਨ, ਦੀਖਿਆ ਲਈ ਹੈ, ਬਾਹਮਣ ਗੁਰੂ ਬਣਿਆ ਹੈ, ਤੇ ਗੁਰੂ ਬਣ ਕੇ ਕਿਹੜੇ ਰਾਹਾਂ ਤੇ ਤੋਰ ਰਿਹਾ ਹੈ ਆਪਣੇ ਸੇਵਕਾਂ ਨੂੰ, ਆਪਣੇ ਚੇਲਿਆਂ ਨੂੰ ਜਿਹੜੇ ਰਾਹਾਂ ਤੇ ਤੋਰ ਰਿਹਾ ਹੈ। ਇਸੇ ਗੱਲ ਨੂੰ ਦੇਖਦਿਆਂ ਹੀ ਭਗਤ ਕਬੀਰ ਜੀ ਨੇ ਇਹ ਬਚਨ ਕਹੇ ਹਨ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੈ ਪਚ ਮੂਆ, ਚਾਰੋਂ ਬੇਦੋਂ ਮਾਹੇ। ਹੋਏਗਾ ਬਾਹਮਣ ਗੁਰੂ, ਪਰ ਕਹਿੰਦੇ ਜਗਤ ਦਾ, ਭਗਤਾਂ ਦਾ ਨਹੀਂ। ਜਿਹੜੇ ਪਰਮਾਤਮਾ ਦੇ ਸੇਵਕ ਹਨ ਉਹਨਾਂ ਦਾ ਗੁਰੂ ਨਹੀਂ ਹੋ ਸਕਦਾ। ਔਰ ਇਹ ਧਿਆਨ ਰੱਖਿਓ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਨਾਲ ਕਾਲਾ ਤੇ ਚਿੱਟਾ ਹਨੇਰਾ ਦੋਨੋਂ ਹੀ ਚਲੇ ਗਏ, ਧੁੰਦ ਵੀ ਮਿਟ ਗਈ। ਐਸਾ ਉਹਨਾਂ ਦਾ ਪ੍ਰਕਾਸ਼। ਤੇ ਜਿੱਥੇ ਜਿੱਥੇ ਵੀ ਗੁਰੂ ਮਹਾਰਾਜ ਜੀ ਗਏ ਉੱਥੇ ਦੋ ਗੱਲਾਂ ਹਨ। ਇੱਕ ਤਾਂ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਜਿੱਥੇ ਜਿੱਥੇ ਵੀ ਬਾਬਾ ਜੀ ਨੇ ਪੈਰ ਧਰਿਆ,
ਜਿੱਥੇ ਜਿੱਥੇ ਵੀ ਚਰਨ ਪਾਏ। ਔਰ ਬਾਬਾ ਜੀ ਦੇ ਚਰਨ ਪੈਣ ਨਾਲ ਜੇ ਆਪਾਂ ਅੰਦਾਜ਼ਾ ਲਾਈਏ, ਵਿਦਵਾਨਾਂ ਦਾ ਇੱਕ ਵਿਚਾਰ ਹੈ, ਦਾਸ ਵੀ ਪਿੱਛੇ ਜੇ ਮੱਧ ਪ੍ਰਦੇਸ਼ ਵਿੱਚ ਐਸੇ ਅਸਥਾਨਾਂ ਤੇ ਗਿਆ ਜਿੱਥੇ ਕਦੀ ਹੋ ਸਕਦਾ ਹੈ 10ਵੇਂ ਪਾਤਸ਼ਾਹ ਜੀ ਗਏ ਹਨ, ਨੰਦੇੜ ਜਾਂਦੇ ਤੇ ਰਸਤੇ ਦੇ ਵਿੱਚ ਟਿਕਾ ਕੀਤੇ ਹਨ ਮਹਾਰਾਜ ਜੀ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿੱਥੇ ਕਿੱਥੇ ਜਾ ਕੇ ਚਰਨ ਪਾਏ। ਅੱਜ ਉੱਥੇ ਉੱਥੇ ਅਸਥਾਨ ਮੌਜੂਦ ਹਨ। 6ਵੇਂ ਪਾਤਸ਼ਾਹ ਜੀ ਨੇ ਕਈ ਥਾਵਾਂ ਤੇ ਜਾ ਕੇ ਲੁਕਾਈ ਨੂੰ ਪਰਮਾਤਮਾ ਨਾਲ ਜੋੜਿਆ। 9ਵੇਂ ਪਾਤਸ਼ਾਹ ਕਿੱਥੋਂ ਤੱਕ ਗਏ ਹਨ? ਅਸਾਮ, ਢਾਕਾ, ਪੱਛਮੀ ਬੰਗਾਲ, ਬੰਗਲਾਦੇਸ਼ ਵਿੱਚ ਅੱਜ ਐਸੇ ਇਲਾਕੇ ਹਨ ਜਿੱਥੇ ਮਹਾਰਾਜ ਜੀ ਗਏ ਹਨ। ਔਰ ਅੰਦਾਜ਼ਨ ਤਕਰੀਬਨ ਘੱਟੋ ਘੱਟ 20 ਕਰੋੜ ਪ੍ਰਾਣੀ ਐਸੇ ਹਨ ਜਿਹੜੇ ਗੁਰੂ ਸਾਹਿਬ ਜੀ ਨੂੰ ਹੀ ਆਪਣਾ ਪੈਗੰਬਰ ਮੰਨਦੇ ਹਨ। ਇਹ ਕੇਵਲ ਭਾਰਤ ਦੀ ਗੱਲ ਕਰ ਰਿਹਾ ਹਾਂ। ਲਗਭਗ 20 ਕਰੋੜ ਇਨਸਾਨ ਪ੍ਰਾਣੀ ਇਹੋ ਜਿਹੇ ਹਨ ਜਿਨ੍ਹਾਂ ਨੂੰ ਸਾਡੀ ਕੌਮ ਨੇ ਜੋੜਿਆ ਨਹੀਂ ਹੈ ਗੁਰੂ ਨਾਲ, ਪਰ ਉਹ ਗੁਰੂ ਨਾਲ ਆਪਣੇ ਆਪ ਪੁਸ਼ਤ ਦਰ ਪੁਸ਼ਤ ਜੁੜੇ ਹੋਏ ਹਨ। ਪੁਸ਼ਤਾਂ ਵੀ ਉਹਨਾਂ ਦੀਆਂ ਗੁਰੂ ਨਾਨਕ ਸਾਹਿਬ ਨੂੰ ਮੰਨ ਰਹੀਆਂ ਹਨ। ਜਿੱਥੇ ਜਿੱਥੇ 6ਵੇਂ ਪਾਤਸ਼ਾਹ ਜੀ ਨੇ ਚਰਨ ਪਾਏ, ਅੱਜ ਵੀ 6ਵੇਂ ਪਾਤਸ਼ਾਹ ਜੀ ਦੀ ਮਾਨਤਾ ਹੈ। ਭਾਵੇਂ ਉਹ ਲੋਕ ਗੁਰੂ ਘਰ ਨਾਲ, ਅਕਾਲ ਤਖਤ ਸਾਹਿਬ ਨਾਲ, ਸਿੱਖੀ ਨਾਲ ਨਹੀਂ ਵੀ ਜੁੜੇ, ਪਰ ਗੁਰੂ ਮਹਾਰਾਜ ਜੀ ਨੂੰ ਹੀ ਮੰਨਦੇ ਹਨ। ਜਿਹੜੇ ਲੋਕ ਗੁਰੂ ਨਾਨਕ ਸਾਹਿਬ ਜੀ ਨੂੰ ਨਾਨਕ ਲਾਮਾ ਕਹਿੰਦੇ ਹਨ, ਉਹਨਾਂ ਦੀ ਮਰਿਆਦਾ ਭਾਵੇਂ ਵੱਖਰੀ ਹੈ, ਉਹਨਾਂ ਦਾ ਰੰਗ ਰੂਪ, ਉਹਨਾਂ ਦੀ ਨਸਲ ਵੀ ਵੱਖਰੀ ਹੈ, ਪਰ ਉਹਨਾਂ ਕੋਲੋਂ ਪੁੱਛ ਕੇ ਦੇਖੋ ਤੁਹਾਡਾ ਰਹਿਬਰ ਕੌਣ ਹੈ, ਤੇ ਉਹ ਨਾਨਕ ਲਾਮਾ ਕਹਿੰਦੇ ਹਨ। ਮੰਨਦੇ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਹਨ। ਬਹੁਤ ਸਾਰੀ ਲੁਕਾਈ ਐਸੀ ਹੈ। ਮੈਂ ਜਿੱਥੋਂ ਦੀ ਗੱਲ ਕਰ ਰਿਹਾ ਸੀ ਮੱਧ ਪ੍ਰਦੇਸ਼ ਦੀ, ਇੱਕ ਨਗਰ ਐਸਾ, ਪਿੰਡ ਦਾ ਨਾਮ ਚੱਕ ਆਨੰਦਪੁਰ, ਤੇ ਵਿਦਵਾਨਾਂ ਦਾ ਇਹੀ ਵਿਚਾਰ ਹੈ ਕਿ 10ਵੇਂ ਪਾਤਸ਼ਾਹ ਜਦੋਂ ਨੰਦੇੜ ਜਾਂਦੇ ਸਨ ਉਦੋਂ ਰੁਕੇ, ਤੇ ਅੱਜ ਜਾ ਕੇ ਦੇਖ ਲਓ ਸਾਰੇ ਦਾ ਸਾਰਾ ਪਿੰਡ ਅੰਮ੍ਰਿਤਧਾਰੀ ਹੈ। ਉਹ ਤਾਂ ਹੋਇਆ ਕਿਉਂਕਿ ਪਹਿਲਾਂ ਨਹੀਂ, ਪੁਸ਼ਤਾਂ ਦਰ ਪੁਸ਼ਤਾਂ ਮੰਨਦੇ ਗੁਰੂ ਮਹਾਰਾਜ ਜੀ ਨੂੰ ਆ ਰਹੇ ਸਨ, ਪਰ ਕੁਝ ਗੁਰਸਿੱਖ ਉੱਥੇ ਗਏ ਤੇ ਐਸੀ ਸ਼ੋਅ ਮਿਲੀ ਖਿੰਨ ਦੇ ਵਿੱਚ। ਕਿਉਂਕਿ ਕਈ ਵਾਰੀ ਤਾਂ ਬੰਦਾ ਪ੍ਰੇਰਨਾ ਦਿੰਦਾ ਰਹਿ ਜਾਂਦਾ ਹੈ। ਸਿੱਖਾਂ ਦੇ ਘਰ ਜੰਮੇ ਬੱਚੇ ਸਿੱਖੀ ਨਾਲ ਨਹੀਂ ਜੁੜਦੇ, ਪਰ ਕਈ ਐਸੇ ਵੀ ਹਨ ਜਿਹੜੇ ਥੋੜੀ ਜੀ ਚਿੰਗਾਰੀ ਲਾਉਣ ਦੀ ਜ਼ਰੂਰਤ ਸੀ, ਬਸ ਦੀਵਾ ਪਹਿਲਾਂ ਹੀ ਤਿਆਰ ਸੀ ਜਗਣ ਲਈ, ਤੇਲ ਸ਼ਰਧਾ ਦਾ ਭਰਿਆ ਪਿਆ, ਬੱਤੀ ਬਿਲਕੁਲ ਤਿਆਰ, ਥੋੜੀ ਜੀ ਛੋਹ ਮਿਲੀ ਗੁਰਸਿੱਖਾਂ ਦੀ ਤੇ ਸਾਰੇ ਦਾ ਸਾਰਾ ਪਿੰਡ ਅੰਮ੍ਰਿਤਧਾਰੀ। ਦਾਸ ਗਿਆ, ਮਥਾਣਾ ਪਿੰਡ ਹੈ ਮੱਧ ਪ੍ਰਦੇਸ਼ ਦੇ ਵਿੱਚ, ਅੱਧੇ ਤੋਂ ਜ਼ਿਆਦਾ ਪਿੰਡ ਅੰਮ੍ਰਿਤਧਾਰੀ ਹੈ। ਔਰ ਉੱਥੋਂ ਦੀਆਂ ਪੁਸ਼ਤਾਂ, ਦਾਦੇ ਪੜਦਾਦੇ ਵੀ ਉਹਨਾਂ ਦੇ ਗੁਰੂ ਮਹਾਰਾਜ ਜੀ ਨੂੰ ਮੰਨਦੇ ਆ ਰਹੇ ਹਨ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤਾਪ ਬਹੁਤ ਵੱਡਾ ਹੈ। ਅੱਜ ਦੇਖ ਲਓ ਕਿੰਨੇ ਜਹਾਜ਼ਾਂ ਦੇ ਜਹਾਜ਼ ਭਰ ਕੇ ਵਿਦੇਸ਼ਾਂ ਵਿੱਚ ਬੱਚੇ ਜਾ ਰਹੇ ਹਨ। ਜਦੋਂ ਬੱਚੇ ਜਾ ਕੇ ਸੈਟਲ ਹੋ ਜਾਂਦੇ ਹਨ ਤੇ ਫਿਰ ਮਾਤਾ ਪਿਤਾ ਵੀ ਪਿੱਛੇ ਪਿੱਛੇ ਚਲੇ ਜਾਂਦੇ ਹਨ। ਇੰਨੀ ਦੁਨੀਆ ਜਾਣ ਤੋਂ ਬਾਅਦ ਇਹ 'ਚ ਕੋਈ ਸ਼ੱਕ ਨਹੀਂ, ਪੰਜਾਬ ਦੇ ਪਿੰਡਾਂ ਵਿੱਚ, ਪੰਜਾਬ ਦੇ ਨਗਰਾਂ ਵਿੱਚ ਸਿੱਖਾਂ ਨੂੰ ਘਾਟਾ ਜ਼ਰੂਰ ਪੈ ਰਿਹਾ ਹੈ, ਕੋਈ ਸ਼ੱਕ ਨਹੀਂ। ਪਰ ਜਾਓ, ਜਾ ਕੇ ਦੇਖ ਕੇ ਦੱਸੋ ਕਿ ਹਰਮੰਦਰ ਸਾਹਿਬ, ਆਨੰਦਪੁਰ ਸਾਹਿਬ, ਹਜੂਰ ਸਾਹਿਬ, ਪਟਨਾ ਸਾਹਿਬ, ਸੀਸਗੰਜ ਸਾਹਿਬ ਕਿਤੇ ਸੰਗਤ ਘਟੀ ਹੋਵੇ ਤਾਂ ਦਿਖਾ ਦਿਓ। ਦੁਨੀਆ ਦੇ ਕੋਨੇ ਕੋਨੇ ਵਿੱਚ ਸਿੱਖ ਪਹੁੰਚ ਗਏ। ਹਰ ਥਾਂ ਤੇ ਗੁਰਦੁਆਰੇ ਬਣ ਗਏ, ਸਿੱਖਾਂ ਦੀ ਸੰਗਤ ਆਰੰਭ ਹੋ ਗਈ। ਇੰਨੀ ਦੁਨੀਆ ਦੇ ਵਿੱਚ ਗੁਰਦੁਆਰੇ, ਖਾਸ ਕਰਕੇ 1984 ਤੋਂ ਬਾਅਦ, ਦਾਸ ਵੀ ਜਾ ਕੇ ਅਕਸਰ ਦੇਖਦਾ ਹੈ, ਅਨੇਕਾਂ ਗੁਰਦੁਆਰੇ ਤੇ ਗੁਰੂ ਘਰਾਂ ਦੇ ਵਿੱਚ ਕਈ ਥਾਵਾਂ ਤੇ ਸੰਗਤ ਵੀ ਬੇਅੰਤ ਹੈ। ਇੰਨੀ ਦੁਨੀਆ ਬਾਹਰ ਜਾਣ ਦੇ ਬਾਵਜੂਦ ਵੀ ਕਿਸੇ ਗੁਰੂ ਘਰ ਵਿੱਚ ਵੀ ਸੰਗਤ ਨਹੀਂ ਘਟੀ। ਗੁਰਦੁਆਰਿਆਂ ਦੇ ਵਿੱਚ ਸੰਗਤ ਪਹਿਲਾਂ ਨਾਲੋਂ ਵਧੀ ਹੋਏਗੀ।
ਇਹ ਸਾਰੀ ਗੁਰੂ ਮਹਾਰਾਜ ਜੀ ਦੀ ਲੀਲਾ ਹੈ। ਗੁਰੂ ਸਾਹਿਬ ਜੀ ਦੇ ਪ੍ਰਤਾਪ, ਜਿਹੜਾ ਬਹੁਤ ਵੱਡਾ ਪ੍ਰਤਾਪ ਹੈ ਨਾ ਮਹਾਰਾਜ ਜੀ ਦਾ, ਇਹਨੂੰ ਕੋਈ ਸਮਝ ਹੀ ਨਹੀਂ ਸਕਦਾ ਕਿ ਸਤਿਗੁਰੂ ਮਹਾਰਾਜ ਜੀ ਦੀ ਲੀਲਾ ਕੀ ਹੈ। ਜਾਂਦੇ ਰਹਿਣਗੇ ਵਿਦੇਸ਼ਾਂ ਵਿੱਚ, ਜਿੰਨਾ ਮਰਜ਼ੀ ਰੋਕਣ ਦਾ ਯਤਨ ਕਰ ਲਓ, ਸਾਡੇ ਬੱਚੇ, ਸਾਡੇ ਪਰਿਵਾਰਾਂ ਦੇ ਜੀ ਜਾਂਦੇ ਰਹਿਣਗੇ, ਪਰ ਇੱਥੇ ਸਾਨੂੰ ਕੋਈ ਬਹੁਤਾ ਘਾਟਾ ਨਹੀਂ ਪੈਣਾ। ਗੁਰੂ ਮਹਾਰਾਜ ਜੀ ਨੇ ਚੋਜ ਹੀ ਐਸੇ ਵਰਤਾਣੇ ਹਨ। ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਜਿੱਥੇ ਵੀ ਗਏ, ਉੱਥੇ ਪਵਿੱਤਰ ਇਤਿਹਾਸਕ ਅਸਥਾਨ ਮੌਜੂਦ ਹਨ। ਔਰ ਹਰ ਅਸਥਾਨ ਤੇ, ਕਈ ਥਾਵਾਂ ਤੇ ਦੇਖਦਾ ਹਾਂ ਜਾ ਕੇ ਕਿ ਸੰਗਤ ਕਈ ਅਮਰੀਕਾ ਦੇ ਗੁਰਦੁਆਰਿਆਂ ਵਿੱਚ ਸਿਰਫ ਐਤਵਾਰ ਨੂੰ ਆਉਂਦੀ ਹੈ। ਜਿਹੜੇ ਛੋਟੇ ਗੁਰਦੁਆਰੇ ਜਿਨ੍ਹਾਂ ਵਿੱਚ ਸਾਰੇ ਦੇ ਸਾਰੇ ਸ਼ਹਿਰ ਵਿੱਚ ਕੇਵਲ 25, 30, 40, 50 ਪਰਿਵਾਰ ਹਨ, ਉੱਥੇ ਸੰਗਤ ਜੁੜਦੀ ਕੇਵਲ ਐਤਵਾਰ ਹੈ। ਕਿਸੇ ਕਿਸੇ ਗੁਰਦੁਆਰੇ 2-2 ਦਿਨ। ਪਰ ਗੁਰੂ ਮਹਾਰਾਜ ਜੀ ਦੇ ਪਿਆਰ ਕਰਨ ਵਾਲੇ ਸਿੱਖ ਐਸੇ ਹਨ ਜਿਹੜੇ ਕਈ ਥਾਵਾਂ ਤੇ ਕੋਈ ਅੰਮ੍ਰਿਤ ਵੇਲੇ ਆ ਰਿਹਾ ਹੈ, ਪ੍ਰਕਾਸ਼ ਕਰਵਾ ਰਿਹਾ ਹੈ, ਕਿਤੇ ਕੋਈ ਆ ਰਿਹਾ ਹੈ, ਸੁਖਾਸਨ ਦੀ ਸੇਵਾ ਕਰਵਾ ਰਿਹਾ ਹੈ। ਹਰੇਕ ਪ੍ਰਾਣੀ ਦਾ ਆਪਣਾ ਆਪਣਾ ਨੇਮ, ਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਸਤਿਗੁਰੂ ਮਹਾਰਾਜ ਜੀ ਨਾਲ ਪਿਆਰ ਕਰਨ ਵਾਲੇ ਲੋਕ ਮੌਜੂਦ ਹਨ। ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਜਿੱਥੇ ਗਏ, ਉੱਥੇ ਅਸਥਾਨ ਵੀ ਬਣੇ ਤੇ ਉੱਥੋਂ ਦੀ ਸੰਗਤ ਵੀ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀ। ਤੇ ਦੂਸਰੀ ਬਾਤ, ਗੁਰੂ ਮਹਾਰਾਜ ਜੀ ਜਿੱਥੇ ਜਿੱਥੇ ਵੀ ਗਏ ਕੁਝ ਵੰਡਦੇ ਹੀ ਗਏ। ਉਹਨਾਂ ਨੇ ਵੰਡਿਆ ਕੀ? ਪ੍ਰਕਾਸ਼। ਕੁਦਰਤੀ ਬਾਤ ਹੈ, ਜਿੱਥੇ ਮਹਾਰਾਜ ਜੀ ਨੇ ਜਾਣਾ ਹਨੇਰਾ ਚਲਾ ਜਾਣਾ, ਪ੍ਰਕਾਸ਼ ਆਪਣੇ ਆਪ ਹੀ ਵੰਡਿਆ ਗਿਆ। ਔਰ ਪ੍ਰਕਾਸ਼ ਭਾਵ ਗਿਆਨ ਦਾ ਪ੍ਰਕਾਸ਼, ਤੇ ਕੇਵਲ ਗਿਆਨ ਦਾ ਨਹੀਂ, ਪਰਮਾਤਮਾ ਦੇ ਨਾਮ ਦਾ ਪ੍ਰਕਾਸ਼, ਉਹਦੀ ਪ੍ਰੇਮਾ ਭਗਤੀ ਦਾ ਪ੍ਰਕਾਸ਼, ਉਹਦੇ ਪ੍ਰੇਮ ਰਸ ਦਾ ਪ੍ਰਕਾਸ਼। ਤੇ ਗੁਰੂ ਮਹਾਰਾਜ ਜੀ ਜਿੱਥੇ ਜਿੱਥੇ ਵੀ ਗਏ ਵੰਡਦੇ ਹੀ ਗਏ। ਨਾਮ ਦੀ ਦਾਤ ਵੰਡਦੇ ਗਏ, ਗਿਆਨ ਦਾ ਪ੍ਰਕਾਸ਼ ਵੰਡਦੇ ਗਏ, ਪ੍ਰੇਮਾ ਭਗਤੀ ਦੀ ਦਾਤ ਵੰਡਦੇ ਗਏ। ਔਰ ਸਤਿਗੁਰੂ ਮਹਾਰਾਜ ਜੀ ਨੇ ਦੁਨੀਆ ਨੂੰ, ਜਿਹੜੇ ਲੋਕ ਕੁਰਾਹੇ ਪਏ ਸਨ, ਉਹਨਾਂ ਨੂੰ ਵੀ ਪਰਮਾਤਮਾ ਨਾਲ ਜੋੜ ਦਿੱਤਾ। ਕੇਵਲ ਤੇ ਕੇਵਲ ਜਿੱਧਰ ਗੁਰੂ ਬਾਬਾ ਜੀ ਦੀ ਉਂਗਲ ਵੀ ਹੋ ਗਈ ਨਾ, ਉਹ ਵੀ ਜਮਾਂ ਦੇ ਵਸ ਨਹੀਂ ਪਏ। ਇਸ਼ਾਰੇ ਮਾਤਰ ਅਸੀਂ ਇਤਿਹਾਸ ਸਮਝਦੇ ਹਾਂ। ਸਤਿਗੁਰੂ ਬਾਬਾ ਜੀ ਦੀ ਉਂਗਲ ਹੋ ਜਾਏ ਤੇ ਜਮਾਂ ਦੇ ਵਸ ਪੈਣ ਵਾਲਾ ਬੰਦਾ ਜਿਹੜਾ ਹੈ, ਪ੍ਰਾਣੀ ਜਿਹੜਾ ਹੈ, ਜਮਾਂ ਤੋਂ ਬਚ ਜਾਂਦਾ ਹੈ। ਉਹ ਵੀ ਪਰਮਾਤਮਾ ਦੇ ਚਰਨਾਂ ਵੱਲ, ਪਰਮਾਤਮਾ ਦੇ ਘਰ ਵੱਲ ਚਾਲੇ ਪਾ ਦਿੰਦਾ ਹੈ। ਸਤਿਗੁਰੂ ਮਹਾਰਾਜ ਜੀ ਦਾ ਏਡਾ ਵੱਡਾ ਪ੍ਰਤਾਪ। ਹਾਂ, ਇਤਿਹਾਸ ਦੀ ਇੱਕ ਘਟਨਾ ਦੀ ਆਪ ਨਾਲ ਸਾਂਝ ਕਰਾਂਗਾ, ਕਿਉਂਕਿ ਸਮਾਂ ਸਮਾਪਤੀ ਦੇ ਨੇੜੇ। ਗੁਰੂ ਨਾਨਕ ਦੇਵ ਮਹਾਰਾਜ ਜੀ ਬਹੁਤ ਵੱਡੇ ਵਿਦਵਾਨ ਕੋਲ, ਜਿਹਦਾ ਨਾਮ ਪੰਡਤ ਬ੍ਰਹਮਦਾਸ, ਇਲਾਕਾ ਪਾਕ ਪਟਨ ਕਸ਼ਮੀਰ ਦੀ ਧਰਤੀ ਤੇ ਗੁਰੂ ਮਹਾਰਾਜ ਜੀ ਗਏ। ਤੇ ਪੰਡਤ ਜੀ ਨੇ ਤੇ ਆਪਣਾ ਬਹੁਤ ਕੁਝ ਦਿਖਾ ਦਿੱਤਾ। ਗੁਰੂ ਮਹਾਰਾਜ ਜੀ ਦੀ ਵਡਿਆਈ, ਸ਼ੋਭਾ ਉਹਨਾਂ ਨੇ ਸੁਣੀ ਹੋਈ ਸੀ। ਪਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਨਾ, ਜਿਵੇਂ ਹਰ ਬੰਦੇ ਦਾ ਯਤਨ ਹੁੰਦਾ ਹੈ ਕਿ ਮੈਂ ਆਪਣਾ ਪ੍ਰਭਾਵ ਪਾ ਲਵਾਂ, ਇੱਕ ਵਿਦਵਾਨ ਬੰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਪ੍ਰਭਾਵ ਪਾਉਣ ਦਾ ਯਤਨ ਕਰਦਾ ਹੈ। ਉਹਨਾਂ ਨੂੰ ਪੁਰਾਣੇ ਪੁਰਾਣੇ ਪੁਰਾਤਨ ਗ੍ਰੰਥ ਦਿਖਾ ਰਿਹਾ ਹੈ। ਬਾਬਾ ਜੀ, ਆਹ ਗ੍ਰੰਥ ਮੇਰੇ ਕੋਲ। ਥੱਲੇ ਤਹਿਖਾਨਿਆਂ ਵਿੱਚ ਲੈ ਗਿਆ, ਹੋਰ ਗ੍ਰੰਥ ਦਿਖਾਏ। ਇੰਨੇ ਕੁ ਗ੍ਰੰਥ ਦਿਖਾ ਦਿੱਤੇ ਕਿ ਮੈਂ ਆ ਵੀ ਪੜ੍ਹਿਆ, ਆ ਵੀ ਪੜ੍ਹਿਆ, ਆ ਵੀ ਪੜ੍ਹਿਆ, ਤੇ ਸਵਾਲ ਕਰ ਦਿੱਤਾ, ਤੁਸੀਂ ਕੀ ਪੜ੍ਹੇ? ਤੇ ਬਾਬਾ ਜੀ, ਜਿਹੜੇ ਆਪਣੇ ਆਪ ਨੂੰ ਕਹਿ ਸਕਦੇ ਹਨ, ਕਹੋ ਨਾਨਕ ਹਮ ਲੂਣ ਹਰਾਮੀ, ਬਖਸ਼ ਲਿਓ ਪ੍ਰਭ ਅੰਤਰਜਾਮੀ, ਜਿਹੜੇ ਆਪਣੇ ਆਪ ਨੂੰ ਲੂਣ ਹਰਾਮੀ ਕਹਿਣ ਵਾਲੇ, ਨਿਮਰਤਾ ਦੇ ਪੁੰਜ, ਸਤਿਗੁਰੂ ਮਹਾਰਾਜ ਕਹਿਣ ਲੱਗੇ, ਮੈਂ ਤਾਂ ਕੁਛ ਵੀ ਨਹੀਂ ਪੜ੍ਹਿਆ। ਗੁਰੂ ਬਾਬਾ ਜੀ ਦੀ ਬਾਣੀ ਵਿੱਚ ਵੀ ਰੋਜ਼ ਪੜ੍ਹਦੇ ਹਾਂ, ਨਾ ਹੋਣ ਜਤੀ ਸਤੀ, ਨਹੀਂ ਪੜ੍ਹਿਆ। ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ। ਉਹ ਕਹਿੰਦਾ, ਤੁਸੀਂ ਕੀ ਪੜ੍ਹੇ ਹੋ? ਮੈਂ ਇੰਨੇ ਗ੍ਰੰਥ ਪੜ੍ਹੇ, ਤੁਸੀਂ ਕੀ ਪੜ੍ਹਿਆ ਹੈ?
ਬਾਬਾ ਜੀ ਕਹਿੰਦੇ ਮੈਂ ਤਾਂ ਕੁਝ ਪੜ੍ਹਿਆ ਹੀ ਨਹੀਂ, ਪਰ ਹੁਣ ਪੰਡਤ ਵਿਦਵਾਨ ਦੀਆਂ ਗੱਲਾਂ ਸੁਣਨ ਤੋਂ ਬਾਅਦ ਬਾਬਾ ਜੀ ਨੇ ਪੁੱਛਿਆ, ਕਹਿਣ ਲੱਗੇ ਪੰਡਤ ਜੀ ਕੇਵਲ ਪੜ੍ਹਿਆ ਹੀ ਹੈ ਜਾਂ ਕਦੀ ਪ੍ਰਮਾਤਮਾ ਦੇ ਪਿਆਰ ਨੂੰ ਮਾਣਿਆ ਵੀ ਹੈ? ਐਸਾ ਸਵਾਲ ਨਹੀਂ ਸੀ ਕਦੀ ਕਿਸੇ ਨੇ ਕੀਤਾ। ਕੇਵਲ ਪੜ੍ਹਾਈ ਕੀਤੀ ਹੈ, ਕੇਵਲ ਧਾਰਮਿਕ ਗ੍ਰੰਥ ਪੁਰਾਣੇ ਪੜ੍ਹੇ ਹੀ ਹਨ ਜਾਂ ਪ੍ਰਮਾਤਮਾ ਦੇ ਪਿਆਰ ਨੂੰ ਕਦੀ ਮਾਣਿਆ ਵੀ? ਬਸ ਇੰਨੀ ਗੱਲ ਸੁਣਦਿਆਂ, ਇਹ ਸਵਾਲ ਸੁਣਦਿਆਂ ਹੀ ਅਸਲ ਵਿੱਚ ਪੰਡਤ ਦਾ ਮਨ ਝੁਕ ਗਿਆ, ਕਿਉਂਕਿ ਕਦੀ ਇਹ ਸਵਾਲ ਕਿਸੇ ਨੇ ਕੀਤਾ ਹੀ ਨਹੀਂ ਸੀ ਅੱਜ ਤੱਕ। ਪਹਿਲੀ ਵਾਰੀ ਸੀ ਕਿਸੇ ਨੇ ਇਹ ਗੱਲ ਹਲੂਣ ਕੇ ਆਖੀ ਹੋਵੇ, ਕਦੀ ਪ੍ਰਮਾਤਮਾ ਦੇ ਪਿਆਰ ਨੂੰ ਮਾਣਿਆ? ਕਹਿਣ ਲੱਗਾ ਤੁਹਾਡੀ ਸ਼ੋਭਾ ਤਾਂ ਬਹੁਤ ਸੁਣੀ, ਪਰ ਤੁਸੀਂ ਹੀ ਮੇਰੇ ਤੇ ਕਿਰਪਾ ਕਰੋ, ਮੈਂ ਉਹਦੇ ਪਿਆਰ ਨੂੰ ਵੀ ਮਾਣ ਸਕਾਂ। ਔਰ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਹੀ ਪਾਕਪਟਨ ਦੀ ਧਰਤੀ ਤੇ ਹੀ ਇਹ ਬਚਨ ਕਹੇ। ਸ਼ਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਆਂ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਣਾ ਚਾਖ। ਗੁਰੂ ਮਹਾਰਾਜ ਜੀ ਇਸ ਤਰ੍ਹਾਂ ਵੱਡੇ ਵੱਡੇ ਵਿਦਵਾਨਾਂ ਕੋਲ ਜਾ ਕੇ ਉਹਨਾਂ ਨੂੰ ਵੀ ਹਲੂਣਾ ਦੇ ਕੇ ਪਰਮਾਤਮਾ ਦੇ ਪ੍ਰੇਮ ਨਾਲ ਜੋੜਦੇ ਰਹੇ, ਉਹਨਾਂ ਨੂੰ ਪ੍ਰੇਮ ਰਸ ਦੀ, ਪ੍ਰੇਮਾ ਭਗਤੀ ਦੀ ਦਾਤ ਵੰਡਦੇ ਰਹੇ। ਔਰ ਇਹੀ ਕਰਮ ਗੁਰੂ ਮਹਾਰਾਜ ਜੀ ਨੇ ਕੀਤੇ ਹਨ। ਜਿੱਥੇ ਜਿੱਥੇ ਵੀ ਗਏ ਮਹਾਰਾਜ ਜੀ ਨਾਮ, ਪ੍ਰੇਮ, ਗਿਆਨ ਵੰਡਦੇ ਹੀ ਗਏ। ਔਰ ਇਹ ਪ੍ਰੇਮ ਨਾਮ ਵੰਡਣਾ ਬੰਦ ਨਹੀਂ ਕੀਤਾ ਬਾਬਾ ਜੀ ਨੇ, ਅੱਜ ਤੱਕ ਵੰਡ ਰਹੇ ਹਨ। ਜਦ ਤੱਕ ਦੁਨੀਆ ਰਹੇਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਦੁਨੀਆ ਦੀ ਅਗਵਾਈ ਕਰਦੇ ਹੀ ਰਹਿਣਗੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰੋ, ਕਰੋ ਕਿਰਪਾ ਸਾਰੇ, ਅਸੀਸਾਂ ਬਖਸ਼ੋ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।